ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ। ਆਪਾਂ ਪਲੱਸ 2 ਜਮਾਤ ਦਾ ਫਿਜ਼ੀਕਲ ਐਜੂਕੇਸ਼ਨ ਐਂਡ ਸਪੋਰਟਸ ਵਿਸ਼ਾ ਸਟੱਡੀ ਕਰ ਰਹੇ ਹਾਂ ਤੇ ਅੱਜ ਆਪਾਂ ਤੀਜੇ ਪਾਠ ਤੇ ਪਹੁੰਚ ਗਏ। ਤੀਜਾ ਪਾਠ ਹੈਗਾ ਸਾਡੇ ਕੋਰਸਸ ਨਾਲ ਸੰਬੰਧਿਤ ਤੇ ਸਰੀਰਕ ਸਿੱਖਿਆ ਜਿਹੜੀ ਹੈਗੀ ਹੈ ਉਹਦੇ ਵਿੱਚ ਕਿਹੜੇ-ਕਿਹੜੇ ਅਵਾਰਡ ਦਿੱਤੇ ਜਾਂਦੇ, ਕੋਰਸ ਕਿਹੜੇ ਆ, ਅਵਾਰਡ ਕਿਹੜੇ ਆ, ਉਹਨਾਂ ਨਾਲ ਸੰਬੰਧਿਤ ਅੱਜ ਆਪਾਂ ਚੈਪਟਰ ਸ਼ੁਰੂ ਕਰਨ ਲੱਗੇ ਹਾਂ। ਆਓ ਦੇਖਦੇ ਹਾਂ ਕਿ ਪਾਠ ਤੀਜਾ ਕਿਹੜਾ ਤੇ ਕਿਹੜਾ ਪ੍ਰਸ਼ਨ ਆਪਾਂ ਪਹਿਲਾਂ ਚੁੱਕਿਆ। ਤਾਂ ਪਿਆਰੇ ਵਿਦਿਆਰਥੀਓ, ਪਾਠ ਤੀਜਾ ਸਰੀਰਕ ਸਿੱਖਿਆ ਵਿੱਚ ਕਿੱਤੇ, ਆਕੂਪੇਸ਼ਨਸ ਅਤੇ ਖੇਡ ਅਵਾਰਡ ਕਿਹੜੇ-ਕਿਹੜੇ ਨੇ। ਤਾਂ ਪ੍ਰਸ਼ਨ ਆਪਾਂ ਪਹਿਲਾਂ ਲਿਆ, ਸਰੀਰਕ ਸਿੱਖਿਆ ਦੀ ਭਾਰਤ ਵਿੱਚ ਹੋਂਦ ਕਿਵੇਂ ਅਤੇ ਕਦੋਂ ਹੋਈ। ਤਾਂ ਪਹਿਲਾਂ ਭੂਮਿਕਾ ਆਪਾਂ ਬੰਨ ਲਈਏ ਇਹਦੀ ਸਰੀਰਕ ਸਿੱਖਿਆ ਬਾਰੇ। ਤਾਂ ਪਿਆਰੇ ਵਿਦਿਆਰਥੀਓ, ਸਰੀਰ ਬਾਰੇ ਸਿੱਖਿਆ ਦਾ ਕੋਈ ਵੀ ਵਧੀਆ ਪ੍ਰਬੰਧਕ ਰੂਪ ਦੇ ਵਿੱਚ ਕੋਈ ਵੀ ਕੋਰਸ, ਕੋਈ ਵੀ ਵਿਸ਼ਾ 1920 ਤੋਂ ਪਹਿਲਾਂ ਭਾਰਤ ਵਿੱਚ ਹੈ ਨਹੀਂ ਸੀ। ਹੋਇਆ ਕਿ ਅੰਗਰੇਜ਼ਾਂ ਨੇ ਤਾਂ ਰਾਜ ਕਰ ਲਿਆ ਸੀ ਸਾਡੇ ਭਾਰਤ ਤੇ। ਤਾਂ ਉਦੋਂ ਅੰਗਰੇਜ਼ਾਂ ਦੇ ਜਿਹੜੇ ਬੱਚੇ ਸੀ ਉਹਨਾਂ ਨੂੰ ਸਰੀਰ ਨਾਲ ਸੰਬੰਧਿਤ ਸਿੱਖਿਆ ਦੇਣ ਵਾਸਤੇ, ਖੇਡਾਂ ਸੰਬੰਧੀ ਸਿੱਖਿਆ ਦੇਣ ਵਾਸਤੇ ਪਹਿਲੇ ਵਾਰੀ ਸਕੂਲਾਂ ਦੇ ਵਿੱਚ ਸਰੀਰਕ ਸਿੱਖਿਆ ਵਿਸ਼ਾ ਇੰਟਰੋਡਿਊਸ ਕੀਤਾ ਗਿਆ ਸੀ। ਸਨ ਸੀਗਾ 1920। ਉਸ ਤੋਂ ਪਹਿਲਾਂ ਸਕੂਲਾਂ ਦੇ ਵਿੱਚ ਸਰੀਰਕ ਸਿੱਖਿਆ ਵਿਸ਼ਾ ਹੁੰਦਾ ਹੀ ਨਹੀਂ ਸੀ। ਇਹਦੀ ਮਹੱਤਤਾ ਨੂੰ ਵੀ ਕੋਈ ਨਹੀਂ ਸਮਝਦਾ ਸੀ, ਪਰ ਅੰਗਰੇਜ਼ਾਂ ਨੂੰ ਇਹਦੀ ਮਹੱਤਤਾ ਪਤਾ ਸੀ। ਉਹਨਾਂ ਨੇ ਆਪਣੇ ਬੱਚਿਆਂ ਨੂੰ ਸਮਝਾਉਣ ਵਾਸਤੇ, ਭਾਈ ਜੇ ਸਰੀਰ ਹੈਗਾ ਤਾਂ ਸਭ ਕੁਝ ਹੈਗਾ, ਇਹ ਉਹਨਾਂ ਨੂੰ ਬਚਪਨ ਤੋਂ ਹੀ ਸਿੱਖਿਆ ਦੇਣੀ ਸ਼ੁਰੂ ਕੀਤੀ। ਤਾਂ 1920 ਦੇ ਵਿੱਚ ਭਾਰਤ ਦੇ ਵਿੱਚ ਅੰਗਰੇਜ਼ਾਂ ਦੁਆਰਾ ਆਪਦੇ ਬੱਚਿਆਂ ਵਾਸਤੇ ਸਰੀਰਕ ਸਿੱਖਿਆ ਨੂੰ ਬਤੌਰ ਇੱਕ ਵਿਸ਼ੇ ਦੇ ਤੌਰ ਤੇ ਸਕੂਲਾਂ ਦੇ ਵਿੱਚ ਲਾਗੂ ਕੀਤਾ। ਪਰ ਕਿਉਂਕਿ ਸ਼ੁਰੂਆਤੀ ਦੌਰ ਸੀ, ਉਦੋਂ ਸਰੀਰਕ ਸਿੱਖਿਆ ਦੇ ਅਧਿਆਪਕ ਨਹੀਂ ਹੁੰਦੇ ਸੀ। ਜਿਵੇਂ ਹੁਣ ਆਪਾਂ ਪੀਟੀਆਈ, ਡੀਪੀ ਲੈਕਚਰਰ ਦੇਖਦੇ ਹਾਂ, ਉਦੋਂ ਨਹੀਂ ਹੁੰਦੇ ਸੀ। ਉਦੋਂ ਕੀ ਹੁੰਦਾ ਸੀ, ਇਹ ਕੰਮ ਕਿਹਨੂੰ ਸੰਭਾਲਿਆ ਜਾਂਦਾ ਸੀ, ਜਿਹੜੇ ਫੌਜ ਤੋਂ ਰਿਟਾਇਰ ਹੋ ਜਾਂਦੇ ਸੀਗੇ ਫੌਜੀ, ਉਹਨਾਂ ਨੂੰ ਕਹਿੰਦੇ ਸੀ ਬਈ ਤੁਸੀਂ ਸਾਡੇ ਬੱਚਿਆਂ ਨੂੰ ਸਰੀਰਕ ਸਿੱਖਿਆ ਦੀ ਟ੍ਰੇਨਿੰਗ ਦਿਓ। ਤਾਂ ਜਾਂ ਕਿਹਨੂੰ ਲਾਉਂਦੇ ਸੀ, ਕੋਈ ਬਹੁਤ ਵਧੀਆ ਸਪੋਰਟਸ ਪਰਸਨ ਹੈ, ਕੋਈ ਜਿਮਨਾਸਟਿਕ ਦਾ ਪਲੇਅਰ ਹੈ, ਉਹਨੂੰ ਕਹਿ ਦਿੰਦੇ ਸੀ ਵੀ ਤੁਸੀਂ ਸਾਡੇ ਬੱਚਿਆਂ ਨੂੰ ਸਿੱਖਿਆ ਦਿਓ। ਇਹ ਸੀਗੀ ਸ਼ੁਰੂਆਤੀ ਦੌਰ ਦੇ ਵਿੱਚ ਗੱਲ ਕਰੇ ਇਹਦੀ ਜਿਹੜੀ ਫਿਜ਼ੀਕਲ ਐਜੂਕੇਸ਼ਨ ਦੀ। ਤਾਂ ਅੱਗੇ ਪੁਆਇੰਟ ਆਪਾਂ ਦੇਖਦੇ ਹਾਂ। ਤਾਂ 1920 ਈਸਵੀ ਦੇ ਵਿੱਚ ਸਰੀਰਕ ਸਿੱਖਿਆ ਦਾ ਪਾਠਕ੍ਰਮ ਸਕੂਲਾਂ ਵਿੱਚ ਲਾਗੂ, ਪਰ ਸਿਖਲਾਈ ਸੇਵਾ ਮੁਕਤ ਫੌਜੀਆਂ ਦੁਆਰਾ ਦਿੱਤੀ ਜਾਂਦੀ ਸੀ। ਉਸ ਤੋਂ ਬਾਅਦ ਤੀਸਰਾ ਮਹੱਤਵਪੂਰਨ ਪੁਆਇੰਟ ਹੈ ਬਈ 1920 ਈਸਵੀ ਦੇ ਵਿੱਚ YMCA ਐਸਪਲਾਂਡੇ ਮਦਰਾਸ ਵਿਖੇ ਸਰੀਰਕ ਸਿੱਖਿਆ ਸਿਖਲਾਈ ਸੰਸਥਾ ਸ਼ੁਰੂ ਕੀਤੀ ਗਈ। ਤਾਂ ਇਹ ਜਿਹੜੀ ਸਰੀਰਕ ਸਿੱਖਿਆ ਸਿਖਲਾਈ ਸੰਸਥਾ ਸੀਗੀ YMCA, ਇਹ ਕੀਤੀ ਸੀ, ਇਸ ਦੀ ਸ਼ੁਰੂਆਤ HC ਬਕ ਨੇ, H ਦਾ ਭਾਵ ਹੈਗਾ ਹੈਰੀ ਕਰੋ ਬਕ ਨੇ ਸਕੂਲਾਂ ਵਿੱਚ ਸਰੀਰਕ ਸਿੱਖਿਆ ਨੂੰ ਬਤੌਰ ਵਿਸ਼ਾ ਸ਼ੁਰੂ ਕੀਤਾ ਸੀ। ਹੁਣ ਗੱਲ ਕਰਦੇ ਆ ਵੀ ਜਿਹੜੇ HC ਬਕ ਨੇ, ਇਹਨਾਂ ਨੂੰ ਨਾ ਅਸੀਂ ਪਿਤਾਮਾ ਕਹਿੰਦੇ ਆ ਸਰੀਰਕ ਸਿੱਖਿਆ ਦਾ। ਭਾਰਤ ਦੇ ਵਿੱਚ ਜਿਹੜੀ ਸਰੀਰਕ ਸਿੱਖਿਆ ਹੈ ਉਹਨੂੰ ਸਰੀਰਕ ਸਿੱਖਿਆ ਕਿਉਂਕਿ ਇਹਨਾਂ ਨੇ ਸ਼ੁਰੂ ਕੀਤੀ ਸੀ, ਇਸ ਕਰਕੇ ਸਰੀਰਕ ਸਿੱਖਿਆ ਦਾ ਇਹਨਾਂ ਨੂੰ ਭਾਰਤ ਵਿੱਚ ਪਿਤਾਮਾ ਕਿਹਾ ਜਾਂਦਾ। ਤਾਂ ਇਹ ਹੈਗੇ ਹੈਰੀ ਕਰੋ ਬਕ, ਇਹਨਾਂ ਦੀ ਮੂਰਤੀ ਸਥਾਪਿਤ ਕੀਤੀ ਗਈ ਹੈ। ਆਹ ਉਹਨਾਂ ਦੀ ਜਵਾਨੀ ਵੇਲੇ ਦੀ ਤਸਵੀਰ ਹੈ। ਆਹ ਪਹਿਲੀ ਸੰਸਥਾ ਸੀਗੀ YMCA। ਤਾਂ ਪਿਆਰੇ ਵਿਦਿਆਰਥੀਓ, YMCA ਦੀ ਮੈਂ ਤੁਹਾਨੂੰ ਸ਼ੁਰੂਆਤੀ ਦੌਰ ਦੇ ਵਿੱਚ ਜਿਹੜਾ ਸਟੇਡੀਅਮ ਸੀਗਾ, ਬੜਾ ਇਤਿਹਾਸਿਕ ਸਟੇਡੀਅਮ ਹੈ, ਇਹ ਉਸ ਦੀ ਤਸਵੀਰ ਦਿਖਾਉਣਾ ਜਿਵੇਂ ਆਪਣੇ ਪਿੰਡਾਂ ਦੇ ਵਿੱਚ ਅੱਜ ਕੱਲ ਹੁੰਦਾ। ਤਾਂ ਪਿਆਰੇ ਵਿਦਿਆਰਥੀਓ, ਹੋਇਆ ਕਿ ਜਿਹੜਾ YMCA ਸੀ, ਇਹ ਪਹਿਲਾਂ ਤਾਂ ਸਕੂਲ ਸੀ। ਹੋਇਆ ਕਿ ਇਸ ਨੂੰ ਫਿਰ ਕੀ ਕਰਤਾ, ਕਾਲਜ ਵਿੱਚ ਤਬਦੀਲ ਕਰਤਾ। ਤੇ ਹੁਣ ਅੱਜ ਕਈ ਕਾਲਜ ਹੈਗੇ ਆ। YMCA ਦੇ ਨਾਂ ਤੇ ਵੀ ਕਈ ਕਾਲਜ ਹੈ, ਅੱਜ ਵੀ ਚੱਲਦੇ ਆ ਪਿਆਰੇ ਵਿਦਿਆਰਥੀਓ। ਇਹਦੇ ਚ ਕਈ ਸਰਟੀਫਿਕੇਟ ਤੇ ਕਈ ਕੋਰਸ ਜਿਹੜੇ ਹੈਗੇ ਆ ਕਰਵਾਏ ਜਾਂਦੇ ਆ। ਪਰ ਜਦੋਂ ਇਹ ਬਣਿਆ ਸੀ ਉਦੋਂ ਛੋਟੇ ਛੋਟੇ ਕੋਰਸ ਸੀਗੇ, ਸਰਟੀਫਿਕੇਟ ਤੇ ਡਿਪਲੋਮੇ ਦੇ ਕੋਰਸ ਸੀਗੇ, ਡਿਗਰੀ ਦੇ ਕੋਰਸ ਨਹੀਂ ਸੀਗੇ। ਅੱਗੇ ਆਪਾਂ ਸਟੱਡੀ ਕਰਦੇ ਹਾਂ। ਪਿਆਰੇ ਵਿਦਿਆਰਥੀਓ, ਆਜ਼ਾਦੀ ਤੋਂ ਬਾਅਦ ਤਾਰਾ ਦੇਵੀ ਸ਼ਿਮਲਾ ਵਿਖੇ 6 ਮਹੀਨੇ ਦਾ ਕੋਰਸ ਸ਼ੁਰੂ ਕੀਤਾ ਸੀ ਫਿਜ਼ੀਕਲ ਐਜੂਕੇਸ਼ਨ ਦਾ। ਇਸ ਤੋਂ ਪਹਿਲਾਂ ਜ਼ਰੂਰ ਲਾਹੌਰ ਦੇ ਵਿੱਚ ਇੱਕ ਸਰੀਰਕ ਸਿੱਖਿਆ ਦਾ ਕਾਲਜ ਬਣਿਆ ਸੀ। ਹੁਣ ਗੱਲ ਕਰਦੇ ਹਾਂ
ਕਿ 1952 ਈਸਵੀ ਦੀ ਰੋਪੜ ਵਿਖੇ ਸਰੀਰਕ ਸਿੱਖਿਆ ਇੱਕ ਕਾਲਜ ਬਣਾਇਆ ਗਿਆ, ਪਰ ਇਹ ਕਾਲਜ ਸਰਕਾਰੀ ਹੈ ਨਹੀਂ ਸੀ। ਇਸੇ ਕਾਲਜ ਨੂੰ 1958 ਈਸਵੀ ਦੇ ਵਿੱਚ ਪ੍ਰੋਫੈਸਰ ਗੁਰਸੇਵਕ ਸਿੰਘ ਪੰਜਾਬ ਗਵਰਨਮੈਂਟ ਫਿਜ਼ੀਕਲ ਐਜੂਕੇਸ਼ਨ ਕਾਲਜ ਪਟਿਆਲਾ ਇਹਦੇ ਵਿੱਚ ਤਬਦੀਲ ਕਰਤਾ ਸੀ। ਇੱਥੇ 1 ਸਾਲ ਦਾ ਜਿਹੜਾ ਸੀਪੀਐਡ ਦਾ ਕੋਰਸ ਕਰਵਾਇਆ ਜਾਂਦਾ ਸੀ, ਇਹ ਅੱਜ ਵੀ ਹੈਗਾ। ਇਹਦੇ ਵਿੱਚ ਬਹੁਤ ਸਾਰੇ ਕੋਰਸਸ ਹੁਣ ਨਵੇਂ ਇੰਟਰੋਡਿਊਸ ਹੋ ਗਏ ਨੇ। ਪ੍ਰੋਫੈਸਰ ਗੁਰਸੇਵਕ ਸਿੰਘ ਪੰਜਾਬ ਗਵਰਨਮੈਂਟ ਫਿਜ਼ੀਕਲ ਐਜੂਕੇਸ਼ਨ ਕਾਲਜ ਪਟਿਆਲਾ। ਤਾਂ ਪਿਆਰੇ ਵਿਦਿਆਰਥੀਓ, 1957 ਈਸਵੀ ਦੀ ਗੱਲ ਕਰਦੇ ਹਾਂ। ਲక్ష్ਮੀ ਬਾਈ ਨੈਸ਼ਨਲ ਇੰਸਟੀਚਿਊਟ ਆਫ ਫਿਜ਼ੀਕਲ ਐਜੂਕੇਸ਼ਨ ਗਵਾਲੀਅਰ, ਇਹ ਸ਼ੁਰੂ ਕੀਤਾ ਗਿਆ ਸੀ 1957 ਈਸਵੀ ਚ। ਇਹ ਪਹਿਲਾ ਡਿਗਰੀ ਕਾਲਜ ਸੀਗਾ। ਇਸ ਤੋਂ ਪਹਿਲਾਂ ਜਿੰਨੇ ਵੀ ਕਾਲਜ ਬਣਾਏ ਸੀ ਉਹਨਾਂ ਦੇ ਵਿੱਚ ਸਰਟੀਫਿਕੇਟ ਜਾਂ ਡਿਪਲੋਮਾ ਹੀ ਕਰਾਏ ਜਾਂਦੇ ਸੀ। ਇਸ ਦੇ ਵਿੱਚ ਡਿਗਰੀ ਕਰਵਾਈ ਜਾਂਦੀ ਸੀ। ਡਿਗਰੀ ਕਿਹੜੀ ਸੀਗੀ? ਬੀਪੀਐਡ ਦਾ ਕੋਰਸ ਕਰਵਾਇਆ ਜਾਂਦਾ ਸੀ। ਬੀਪੀਐਡ 3 ਸਾਲ ਦਾ ਕੋਰਸ। ਇਹਦੇ ਜਿਹੜੇ ਪ੍ਰੋਫੈਸਰ ਸੀਗੇ, ਪ੍ਰਿੰਸੀਪਲ ਸੀਗੇ, ਉਹ ਸੀਗੇ ਡਾਕਟਰ ਪੀਐਮ ਜੋਸਫ। ਡਾਕਟਰ ਪੀਐਮ ਜੋਸਫ ਪ੍ਰਿੰਸੀਪਲ ਸੀ। ਇਹਨਾਂ ਦੀ ਮੈਂ ਤਸਵੀਰ ਤੁਹਾਨੂੰ ਨੇੜੇ ਤੋਂ ਦਿਖਾਉਣਾ। ਇਹ ਰਾਤ ਦਾ ਦ੍ਰਿਸ਼ ਹੈ ਇਸ ਇੰਸਟੀਚਿਊਟ ਦਾ। ਬਹੁਤ ਵੱਡੇ ਇੰਸਟੀਚਿਊਟ ਹੈ ਇਹ। ਆਹ ਮੂਰਤੀ ਜਿਹੜੀ ਲੱਗੀ ਵੀ ਉੱਥੇ ਲక్ష్ਮੀ ਬਾਈ ਦੀ, ਕਿਉਂਕਿ ਕਾਫੀ ਉਹਨਾਂ ਨੇ ਆਜ਼ਾਦੀ ਪਿੱਛੇ ਸੰਘਰਸ਼ ਕੀਤਾ ਸੀ। ਇਹ ਇੱਕ ਲਾਇਬ੍ਰੇਰੀ ਦੀ ਤਸਵੀਰ ਹੈ। ਆਹ ਐਂਟਰੈਂਸ ਗੇਟ ਹੈਗਾ ਇਸੇ ਇੰਸਟੀਚਿਊਟ ਦਾ, ਲక్ష్ਮੀ ਬਾਈ ਨੈਸ਼ਨਲ ਇੰਸਟੀਚਿਊਟ ਆਫ ਫਿਜ਼ੀਕਲ ਐਜੂਕੇਸ਼ਨ ਦਾ। ਇਹਦੇ ਵਿੱਚ ਕੁਝ ਬਹੁਤ ਸਾਰੀਆਂ ਐਕਟੀਵਿਟੀਜ਼ ਹੈ। ਕੁਝ ਕੁ ਇਮੇਜ ਮੈਂ ਲਏ ਨੇ ਜਿੱਥੇ ਦੇ ਲੜਕੀਆਂ ਨੂੰ ਜਿਹੜਾ ਹੈਗਾ ਫਿਜ਼ੀਕਲ ਐਜੂਕੇਸ਼ਨ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ। ਵੱਖਰੀ ਵੱਖਰੀਆਂ ਐਕਟੀਵਿਟੀਜ਼ ਕਰਵਾਈਆਂ ਜਾਂਦੀਆਂ ਨੇ। ਆਹ ਦੇਖ ਸਕਦੇ ਹੋ ਤੁਸੀਂ, ਰੇਸਾਂ ਦੇ ਵਿੱਚ ਲੜਕੀਆਂ ਭਾਗ ਲੈ ਰਹੀਆਂ ਨੇ। ਆਹ ਵਾਲੀਬਾਲ ਹੈਗਾ, ਵਾਲੀਬਾਲ ਦੇ ਵਿੱਚ ਲੜਕੇ ਖੇਡ ਰਹੇ ਨੇ। ਅੱਡ-ਅੱਡ ਐਕਟੀਵਿਟੀਜ਼ ਜਿਹੜੀਆਂ ਹੈਗੀਆਂ ਇੱਥੇ ਕਰਵਾਈਆਂ ਜਾਂਦੀਆਂ ਨੇ। ਇਹ ਤਾਂ ਸਿਰਫ ਤੁਹਾਨੂੰ ਪ੍ਰੇਰਣ ਵਾਸਤੇ ਇੰਸਟੀਚਿਊਟ ਦੇ ਕੁਝ ਇਮੇਜ ਲਏ ਨੇ। ਤਾਂ ਪਿਆਰੇ ਵਿਦਿਆਰਥੀਓ, ਅਸੀਂ ਅੱਜ ਇਹ ਜਾਣਿਆ ਕਿ ਸਾਡੇ ਭਾਰਤ ਦੇ ਵਿੱਚ ਕਿਸ ਤਰ੍ਹਾਂ ਹੌਲੀ-ਹੌਲੀ ਸਰੀਰਕ ਸਿੱਖਿਆ ਦਾ ਵਿਕਾਸ ਹੋਇਆ ਹੈ। ਤੁਸੀਂ ਮਹਿਸੂਸ ਕਰਦੇ ਹੋਵੋਗੇ ਕਿ ਇਹ ਜਿਹੜਾ ਕੁਐਸਚਨ ਹੈ ਜਾਂ ਇਹ ਚੈਪਟਰ ਹੈ, ਇਹ ਥੋੜਾ ਜਿਹਾ ਨੀਰਸ ਹੈਗਾ, ਯਾਦ ਨਹੀਂ ਹੁੰਦਾ। ਪਰ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਸੀਂ ਇਹ ਨਹੀਂ ਕਹਿ ਸਕਦੇ, ਕਿਉਂਕਿ ਤੁਹਾਨੂੰ ਪੁਆਇੰਟਾਂ ਦੇ ਵਿੱਚ ਮਹੱਤਵਪੂਰਨ ਗੱਲਾਂ ਸਨ ਦੇ ਅਨੁਸਾਰ ਦੱਸ ਦਿੱਤੀਆਂ ਗਈਆਂ ਨੇ। ਤੇ ਇਮੇਜ ਨੂੰ ਦੇਖ ਕੇ ਬੰਦਾ ਵੈਸੇ ਵੀ ਜਲਦੀ ਸਿੱਖ ਜਾਂਦਾ। ਤੁਸੀਂ ਕਿਉਂਕਿ ਮੇਰੀਆਂ ਵੀਡੀਓਜ਼ ਨੂੰ ਧਿਆਨ ਨਾਲ ਦੇਖਦੇ ਹੋ, ਦੂਜਿਆਂ ਤੱਕ ਪਹੁੰਚਾ ਦਿੰਦੇ ਹੋ, ਤੁਹਾਡਾ ਬਹੁਤ ਬਹੁਤ ਧੰਨਵਾਦ। MCA AHC ਬੱਕ ਨੇ ਸ਼ੁਰੂ ਕੀਤੀ ਸੀ 1920 ਚ। ਯੰਗ ਮੈਨਸ ਕ੍ਰਿਸਚੀਅਨਸ ਐਸੋਸੀਏਸ਼ਨ। ਤਾਂ YMCA ਦੀ ਗੱਲ ਤੋਂ ਬਾਅਦ ਆਪਾਂ ਅੱਜ ਦੇ ਪ੍ਰਸ਼ਨ ਤੇ ਆਉਣੇ ਆ। ਅੱਜ ਦਾ ਪ੍ਰਸ਼ਨ ਹੈਗਾ DPED ਕੋਰਸ ਬਾਰੇ ਜਾਣਕਾਰੀ ਦਿਓ। ਇਹ ਕੋਰਸ ਕਰਨ ਦੇ ਲਾਭ ਵੀ ਦੱਸੋ। ਤਾਂ ਪਿਆਰੇ ਵਿਦਿਆਰਥੀਓ, ਜਿਹੜਾ ਇਹ DPED ਦਾ ਕੋਰਸ ਹੈ, ਇਹਦਾ ਪੂਰਾ ਨਾਮ ਦੇਖੋ ਪਹਿਲਾਂ ਤਾਂ ਕੀ ਹੈ। ਡਿਪਲੋਮਾ ਇਨ ਫਿਜ਼ੀਕਲ ਐਜੂਕੇਸ਼ਨ। ਪਿਆਰੇ ਵਿਦਿਆਰਥੀਓ, ਇੱਕ ਡਿਪਲੋਮਾ ਹੈਗਾ। ਇਸ ਡਿਪਲੋਮੇ ਤੋਂ ਪਹਿਲਾਂ ਇੱਕ ਸਰਟੀਫਿਕੇਟ ਕੋਰਸ ਕਰਵਾਇਆ ਜਾਂਦਾ ਸੀ, CPED ਨਾਮ ਸੀ ਉਹਦਾ। ਇਹ ਕੋਰਸ 10ਵੀਂ ਤੋਂ ਬਾਅਦ ਹੁੰਦਾ ਸੀ ਤੇ 1 ਸਾਲ ਦਾ ਹੁੰਦਾ ਸੀ। ਹੁਣ ਜਿਹੜਾ ਇਹ DPED ਦਾ ਕੋਰਸ ਹੈ, ਇਹ ਹੁਣ +2 ਤੋਂ ਬਾਅਦ ਹੁੰਦਾ ਹੈ ਤੇ 2 ਸਾਲ ਦਾ ਹੈ। DPED ਕੋਰਸ ਕਰਨ ਤੋਂ ਬਾਅਦ ਐਲੀਮੈਂਟਰੀ ਪੱਧਰ ਤੱਕ ਪੜਾਉਣ ਵਾਲੇ ਅਧਿਆਪਕ PTI ਦੇ ਤੌਰ ਤੇ ਸਰਕਾਰੀ ਅਤੇ ਪ੍ਰਾਈਵੇਟ ਨੌਕਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਦਾਖਲੇ ਲਈ ਯੋਗਤਾ ਕੀ ਹੈ? ਫਿਜ਼ੀਕਲ ਵਿਸ਼ੇ ਦੇ ਨਾਲ +2 ਕੀਤੀ ਹੋਵੇ। ਜਿਹੜਾ ਕੋਰਸ ਕਰਨਾ ਚਾਹੁੰਦਾ ਉਹ ਵਿਅਕਤੀ ਤੰਦਰੁਸਤ ਹੋਵੇ। ਸਰੀਰਕ ਯੋਗਤਾ ਦਾ ਜਿਹੜਾ ਟੈਸਟ ਹੈ ਉਹ ਪਾਸ ਕਰਨਾ ਜ਼ਰੂਰੀ ਹੈ। ਇਹ ਕੋਰਸ ਲੜਕੇ ਵੀ ਕਰ ਸਕਦੇ ਨੇ ਤੇ ਲੜਕੀਆਂ ਵੀ ਕਰ ਸਕਦੀਆਂ। ਤਾਂ ਪਿਆਰੇ ਵਿਦਿਆਰਥੀਓ, ਅਸੀਂ ਅੱਜ DPED ਕੋਰਸ ਬਾਰੇ ਜਾਣਿਆ ਕਿ ਜਿਹੜਾ DPED ਦਾ ਕੋਰਸ ਹੈਗਾ, ਇਹ ਲੜਕੇ ਵੀ ਕਰ ਸਕਦੇ ਆ, ਲੜਕੀਆਂ ਵੀ ਕਰ ਸਕਦੀਆਂ। +2 ਫਿਜ਼ੀਕਲ ਵਿਸ਼ੇ ਨਾਲ ਕੀਤੀ ਹੋਵੇ ਤੇ ਉਸ ਤੋਂ ਬਾਅਦ ਇਹ ਕੋਰਸ ਜਿਹੜਾ ਹੈਗਾ 2 ਸਾਲ ਦਾ ਕੋਰਸ ਹੈ। ਇਹ ਡਿਪਲੋਮਾ ਕਰਨ ਤੋਂ ਬਾਅਦ ਮਿਲਦਾ ਕੀ ਹੈ? ਸਾਨੂੰ ਨੌਕਰੀ ਮਿਲ ਸਕਦੀ ਹੈ, ਸਰਕਾਰੀ ਵੀ ਤੇ ਪ੍ਰਾਈਵੇਟ ਵੀ। ਕਿਹੜੀ ਨੌਕਰੀ? 6ਵੀਂ ਤੋਂ ਲੈ ਕੇ 8ਵੀਂ ਜਮਾਤ ਤੱਕ ਦੇ ਬੱਚਿਆਂ ਨੂੰ ਸਰੀਰਕ ਸਿੱਖਿਆ ਪੜਾਉਣ ਵਾਲੇ ਅਧਿਆਪਕ ਦੇ ਤੌਰ ਤੇ, ਜਿਸ ਨੂੰ ਆਪਾਂ ਕਹਿੰਦੇ PTI। ਤੁਹਾਡਾ ਬਹੁਤ ਬਹੁਤ ਧੰਨਵਾਦ।
ਸਟੱਡੀ ਕਰਦੇ ਹਾਂ ਬੀਪੀਐਡ ਦਾ ਕੋਰਸ। ਪਾਠ ਤੀਜੇ ਸਰੀਰਕ ਸਿੱਖਿਆ ਵਿੱਚ ਕਿੱਤੇ ਅਤੇ ਖੇਡ ਅਵਾਰਡ। ਪ੍ਰਸ਼ਨ ਹੈਗਾ ਬੀਪੀਐਡ ਇੰਟੀਗ੍ਰੇਟਡ ਕੋਰਸ ਬਾਰੇ ਜਾਣਕਾਰੀ ਦਿਓ। ਪਿਆਰੇ ਵਿਦਿਆਰਥੀਓ, ਬੀਪੀਐਡ ਇੰਟੀਗ੍ਰੇਟਡ ਕੋਰਸ ਵੀ ਹੁੰਦਾ, ਇੱਕ ਬੀਪੀਐਡ ਦਾ ਡਿਪਲੋਮਾ ਕੋਰਸ ਵੀ ਹੁੰਦਾ। ਡਿਪਲੋਮੇ ਕੋਰਸ ਦੀ ਵੀ ਆਪਾਂ ਅਗਲੀ ਵੀਡੀਓ ਦੇ ਵਿੱਚ ਗੱਲ ਕਰਾਂਗੇ। ਪਹਿਲਾਂ ਆਪਾਂ ਬੀਪੀਐਡ ਇੰਟੀਗ੍ਰੇਟਡ ਕੋਰਸ ਦੀ ਗੱਲ ਕਰਦੇ ਹਾਂ। ਤਾਂ ਪਿਆਰੇ ਵਿਦਿਆਰਥੀਓ, ਪਹਿਲਾਂ ਇੰਟੀਗ੍ਰੇਟਡ ਵਰਡ ਬਾਰੇ ਦੱਸਦੇ ਹਾਂ। ਇੰਟੀਗ੍ਰੇਟਡ ਦਾ ਮਤਲਬ ਹੈ ਇਕੱਠਾ। ਹੁਣ ਇਕੱਠੇ ਦਾ ਕੀ ਭਾਵ ਹੋਇਆ ਕਿ ਕੁਝ ਕੋਰਸ ਬੀਏ ਤੋਂ ਬਾਅਦ ਹੁੰਦੇ ਆ, ਤਾਂ ਬੀਏ ਦਾ ਜਿਹੜਾ 2-3 ਸਾਲ ਹੈਗੇ ਨਾ ਆਪਣੇ, ਉਹ ਖਰਾਬ ਹੋ ਜਾਂਦੇ। ਤਾਂ ਸਰਕਾਰ ਨੇ ਕੀ ਕੀਤਾ, ਬਹੁਤ ਸਾਰੇ ਵਿਸ਼ਿਆਂ ਦੇ ਇੰਟੀਗ੍ਰੇਟਡ ਕੋਰਸ ਸ਼ੁਰੂ ਕਰਤੇ ਕਿ +2 ਤੋਂ ਬਾਅਦ ਸਿੱਧਾ ਹੀ ਉਹੀ ਕੋਰਸ ਕਰ ਲਵੇ। ਤਾਂ ਉਹਦੇ ਵਿੱਚ ਅਧਿਆਪਕਾਂ ਦੇ ਵੀ ਹੈ, ਉਹਦੇ 'ਚ ਵਕੀਲਾਂ ਦੇ ਕੋਰਸ ਵੀ ਹੈ। ਤਾਂ ਵਕੀਲਾਂ ਦੇ ਕੋਰਸ ਦੇ ਵਿੱਚ ਵੀ ਉਹ +2 ਤੋਂ ਬਾਅਦ ਸਿੱਧਾ ਲੈ ਲੈਂਦੇ। ਪਹਿਲਾਂ ਕੀ ਕਰਦੇ ਸੀ, ਬੀਏ ਤੋਂ ਬਾਅਦ LLB ਕੀਤੀ ਜਾਂਦੀ ਸੀ, ਹੁਣ +2 ਤੋਂ ਬਾਅਦ ਵੀ ਕਰਵਾਉਂਦੇ ਆ। ਤੇ 1 ਸਾਲ ਬੱਚੇ ਦਾ ਬਚ ਜਾਂਦਾ, ਨਾਲੇ ਉਹ ਮਾਹਰ ਹੋ ਜਾਂਦਾ। ਜਿਹਨੇ ਬਣਨਾ ਹੀ ਵਕੀਲ ਹੈ, ਉਹ +2 ਤੋਂ ਬਾਅਦ ਹੀ ਜਿਹੜਾ ਹੈਗਾ ਸਿੱਧੇ ਹੀ ਵਕੀਲ ਵਾਲੀਆਂ ਚੀਜ਼ਾਂ ਪੜ੍ਹੇ। ਜੇ ਬੀਏ ਦੇ ਵਿੱਚ ਉਹਨੇ ਹਿਸਟਰੀ ਵੀ ਪੜ੍ਹਨੀ, ਬੀਏ ਦੇ ਵਿੱਚ ਉਹਨੇ ਹੋਰ ਸਬਜੈਕਟ ਪੜ੍ਹਨੇ, ਉਹਦੀ એનર્ਜੀ ਵੇਸਟ ਹੁੰਦੀ ਸੀ। ਸਰਕਾਰ ਨੇ ਕੀ ਕੀਤਾ, ਇੰਟੀਗ੍ਰੇਟਡ ਕੋਰਸ, ਇਕੱਠਾ ਕੋਰਸ, ਜਿਹੜੇ ਵਿਅਕਤੀ ਦੀ ਜਿਹੋ ਜੀ ਰੁਚੀ ਹੈ ਉਹੋ ਜੀ ਰੁਚੀ ਵਾਲਾ ਕੰਮ ਉਹ ਛੋਟੀ ਉਮਰ ਤੋਂ ਹੀ ਸਿੱਖ ਲੇ। ਇਸ ਵਾਸਤੇ ਇੰਟੀਗ੍ਰੇਟਡ ਕੋਰਸ ਸ਼ੁਰੂ ਕੀਤੇ। ਹੁਣ ਆਪਾਂ ਗੱਲ ਕਰਦੇ ਹਾਂ ਬੀਪੀਐਡ ਦੀ। ਤਾਂ ਬੀਪੀਐਡ ਦਾ ਜਿਹੜਾ ਇੰਟੀਗ੍ਰੇਟਡ ਕੋਰਸ ਹੈ ਨਾ, ਉਹਦਾ ਜਿਹੜਾ ਪੂਰਾ ਨਾਮ ਹੈ, ਆ ਤਾਂ ਆਪਾਂ ਇੰਗਲਿਸ਼ 'ਚ ਲਿਖ ਲਿਆ ਬੀਪੀਐਡ ਇੰਟੀਗ੍ਰੇਟਡ ਕੋਰਸ। ਇਹਦਾ ਪੂਰਾ ਨਾਮ ਹੈਗਾ ਬੈਚਲਰ ਆਫ ਫਿਜ਼ੀਕਲ ਐਜੂਕੇਸ਼ਨ ਇੰਟੀਗ੍ਰੇਟਡ ਕੋਰਸ। ਬੈਚਲਰ ਆਫ ਫਿਜ਼ੀਕਲ ਐਜੂਕੇਸ਼ਨ ਇੰਟੀਗ੍ਰੇਟਡ ਕੋਰਸ। ਤਾਂ ਪਿਆਰੇ ਵਿਦਿਆਰਥੀਓ, ਇਹ ਕੋਰਸ 4 ਸਾਲਾਂ ਦਾ ਹੈ। ਕਦੋਂ ਕਰ ਸਕਦੇ ਆਪਾਂ ਇਹ ਕੋਰਸ? +2 ਤੋਂ ਬਾਅਦ ਕੀਤਾ ਜਾ ਸਕਦਾ। ਇਸ ਕੋਰਸ ਵਿੱਚ ਸਰੀਰਕ ਸਿੱਖਿਆ ਪੜ੍ਹਾਉਣ ਅਤੇ ਖੇਡਾਂ ਕਰਵਾਉਣ ਦੀਆਂ ਬੇਸਿਕ ਸਕਿੱਲਸ ਦੀ ਜਾਣਕਾਰੀ ਦਿੱਤੀ ਜਾਂਦੀ ਹੈ। ਯਾਨੀ ਕਿ ਸਰੀਰਕ ਸਿੱਖਿਆ ਨੂੰ ਪੜ੍ਹਾਉਣਾ ਕਿੱਦਾਂ ਹੈ, ਪੜ੍ਹਾਉਣ ਬਾਰੇ ਵੀ ਸਮਝਾਇਆ ਜਾਂਦਾ ਹੈ, ਤੇ ਨਾਲ ਦੀ ਨਾਲ ਖੇਡਾਂ ਕਰਾਉਣ ਨਾਲ ਸੰਬੰਧਿਤ ਜਿਹੜੀਆਂ ਮੁੱਢਲੀਆਂ ਜਾਣਕਾਰੀਆਂ, ਜਿਹੜੀਆਂ ਬੇਸਿਕ ਸਕਿੱਲਸ ਹੈ, ਉਹ ਵੀ ਇਸ ਕੋਰਸ ਦੇ ਵਿੱਚ ਸਮਝਾਈ ਜਾਂਦੀ ਹੈ ਤੇ ਉਸ ਦੇ ਮਾਹਰ ਬਣਾਇਆ ਜਾਂਦਾ ਹੈ। ਦਾਖਲੇ ਲਈ ਯੋਗਤਾ ਪਿਆਰੇ ਵਿਦਿਆਰਥੀਓ, +2 ਫਿਜ਼ੀਕਲ ਐਜੂਕੇਸ਼ਨ ਵਿਸ਼ੇ ਦੇ ਨਾਲ ਕੀਤੀ ਹੋਵੇ। +2 ਕਰਨੀ ਹੈ ਫਿਜ਼ੀਕਲ ਐਜੂਕੇਸ਼ਨ ਦੇ ਵਿਸ਼ੇ ਦੇ ਨਾਲ। ਹੋਰ ਕੀ ਚਾਹੀਦਾ? ਯੋਗਤਾ ਤੰਦਰੁਸਤੀ ਜ਼ਰੂਰ ਚਾਹੀਦੀ। ਫਿਰ ਕੀ ਚਾਹੀਦਾ? ਸਰੀਰਕ ਯੋਗਤਾ ਟੈਸਟ ਪਾਸ ਹੋਣਾ ਜ਼ਰੂਰੀ ਹੈ। ਲਾਭ ਕੀ ਹੈ ਪਿਆਰੇ ਵਿਦਿਆਰਥੀਓ? ਕੋਰਸ ਕਰਨ ਤੋਂ ਬਾਅਦ ਸਕੂਲਾਂ ਵਿੱਚ DPE ਦੀ ਪੋਸਟ ਤੇ ਲੱਗ ਸਕਦੇ ਹਾਂ। ਤਾਂ ਪਿਆਰੇ ਵਿਦਿਆਰਥੀਓ, DPE ਦੀ ਪੋਸਟ ਜਿਹੜੀ ਹੈਗੀ ਹੈ, ਇਹ ਸਰਕਾਰੀ ਸਕੂਲਾਂ ਵਾਸਤੇ ਵੀ ਹੁੰਦੀ ਹੈ, ਪ੍ਰਾਈਵੇਟ ਸਕੂਲਾਂ ਵਾਸਤੇ ਵੀ ਹੁੰਦੀ ਹੈ। ਤਾਂ ਜਿੰਨੀ ਦੇਰ ਸਰਕਾਰੀ ਨੌਕਰੀ ਨਾ ਮਿਲੇ, ਉਨੀ ਦੇਰ ਪ੍ਰਾਈਵੇਟ ਸਕੂਲਾਂ ਦੇ ਵਿੱਚ ਆਪਾਂ ਬਤੌਰ ਅਧਿਆਪਕ DPE ਆਪਾਂ ਕੰਮ ਕਰ ਸਕਦੇ ਹਾਂ, ਨੌਕਰੀ ਪ੍ਰਾਪਤ ਕਰ ਸਕਦੇ ਹਾਂ। ਹੁਣ ਗੱਲ ਆਉਂਦੀ ਹੈ ਵੀ ਇਹਨਾਂ ਦਾ ਪੱਧਰ ਕੀ ਹੈ। ਇੱਕ PTI ਵੀ ਤਾਂ ਅਧਿਆਪਕ ਸੀਗੇ, ਇੱਕ DPE ਅਧਿਆਪਕ ਹੈ। ਫਰਕ ਕੀ ਹੈ ਪਿਆਰੇ ਵਿਦਿਆਰਥੀਓ? ਜਿਹੜੇ PTI ਅਧਿਆਪਕ ਨੇ ਉਹ 6ਵੀਂ ਤੋਂ ਲੈ ਕੇ 8ਵੀਂ ਜਮਾਤ ਤੱਕ ਪੜ੍ਹਾ ਸਕਦੇ ਨੇ। ਜਿਹੜੇ DPE ਅਧਿਆਪਕ ਨੇ ਇਹ 6ਵੀਂ ਤੋਂ ਲੈ ਕੇ 10ਵੀਂ ਜਮਾਤ ਤੱਕ ਪੜ੍ਹਾ ਸਕਦੇ ਨੇ। ਇਹ ਹਾਈ ਸਕੂਲਾਂ 'ਚ ਵੀ ਕੰਮ ਕਰ ਸਕਦੇ ਨੇ, ਐਲੀਮੈਂਟਰੀ ਸਕੂਲਾਂ 'ਚ ਵੀ ਕੰਮ ਕਰ ਸਕਦੇ ਨੇ, ਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਵਿੱਚ ਵੀ ਕੰਮ ਕਰ ਸਕਦੇ ਨੇ। ਤਾਂ ਇਸ ਕਰਕੇ ਇਹਨਾਂ ਦਾ ਜਿਹੜਾ ਨੌਕਰੀ ਦਾ ਸਕੋਪ ਥੋੜਾ ਜਿਹਾ PTI ਨਾਲੋਂ ਵੱਧ ਜਾਂਦਾ, ਕਿਉਂਕਿ ਕੋਰਸ ਵੀ ਫਿਰ ਲੰਮਾ ਹੈ। ਪਿਆਰੇ ਵਿਦਿਆਰਥੀਓ, ਕੋਰਸਸ ਬਾਰੇ ਤੁਸੀਂ ਜਾਣਕਾਰੀ ਹਾਸਲ ਕਰ ਰਹੇ ਹੋ, ਤੁਹਾਡਾ ਵੀ ਦਿਲ ਕਰਦਾ ਵੀ ਤੁਹਾਨੂੰ ਵੀ ਨੌਕਰੀ ਮਿਲ ਜੇ। ਤਾਂ ਹੀ ਮੈਂ ਇਹ ਆਪਣੇ ਸਟੂਡੈਂਟਸ ਨੂੰ ਹਮੇਸ਼ਾ ਕਹਿੰਦਾ ਕਿ ਬੜਾ ਧਿਆਨ ਨਾਲ ਪੜ੍ਹਿਆ ਕਰੋ। ਜਿਹੜਾ ਤੁਹਾਡਾ ਇਹ ਫਿਜ਼ੀਕਲ ਐਜੂਕੇਸ਼ਨ ਦਾ ਵਿਸ਼ਾ ਹੈ ਨਾ, ਇਹ 10ਵੀਂ ਤੱਕ ਦਾ ਜਿਹੜਾ ਫਿਜ਼ੀਕਲ ਐਜੂਕੇਸ਼ਨ ਵਿਸ਼ਾ ਉਹ ਜਿਹਾ ਨਾ ਸਮਝੋ। ਇਹ ਤੁਹਾਡਾ ਇਲੈਕਟਿਵ ਸਬਜੈਕਟ ਹੈ, ਇਹਦੇ ਨਾਲ ਤੁਹਾਨੂੰ ਨੌਕਰੀ ਮਿਲ ਸਕਦੀ ਹੈ, ਰੁਜ਼ਗਾਰ ਮਿਲ ਸਕਦਾ ਹੈ। ਤੇ ਫਿਰ ਆਪਾਂ ਕਿਉਂ ਨਾ ਧਿਆਨ ਨਾਲ ਪੜ੍ਹੀਏ ਤੇ ਨਾਲੇ ਖੇਡਾਂ 'ਚ ਭਾਗ ਲਈਏ। ਅੱਜ ਆਪਾਂ BPED ਦੀ ਗੱਲ ਕਰਾਂਗੇ, ਪਰ BPED ਕਿਹੜਾ? ਇੰਟੀਗ੍ਰੇਟਡ ਕੋਰਸ ਨਹੀਂ, BPED ਡਿਪਲੋਮਾ। ਇਹਦੇ ਕੋਰਸ ਬਾਰੇ ਪੂਰੀ ਜਾਣਕਾਰੀ ਹਾਸਲ ਕਰਦੇ ਹਾਂ। ਆਓ ਆਪਾਂ ਹਾਸਲ ਕਰੀਏ ਜਾਣਕਾਰੀ। ਅੱਜ ਦਾ ਪ੍ਰਸ਼ਨ ਆਪਣਾ BPED ਡਿਪਲੋਮਾ ਕੋਰਸ ਬਾਰੇ ਜਾਣਕਾਰੀ ਦਿਓ। ਤਾਂ ਭੂਮਿਕਾ ਦੇ ਵਿੱਚ ਮੈਂ ਗੱਲ ਕਰਾਂਗਾ। ਤਾਂ ਪਿਆਰੇ ਵਿਦਿਆਰਥੀਓ, BPED ਜਿਹੜਾ ਹੈਗਾ ਡਿਪਲੋਮਾ ਕੋਰਸ, ਤੇ
ਬੀਪੀਐਡ ਇੰਟੀਗ੍ਰੇਟਡ ਕੋਰਸ, ਦੋਨਾਂ ਦੇ ਵਿੱਚ ਥੋੜਾ ਅੰਤਰ ਹੈ। ਜਿਹੜਾ ਬੀਪੀਐਡ ਹੈ ਡਿਪਲੋਮਾ ਕੋਰਸ, ਇਹ ਆਪਾਂ ਗ੍ਰੈਜੂਏਸ਼ਨ ਤੋਂ ਬਾਅਦ ਕਰਦੇ ਹਾਂ, ਬੀਏ ਜਾਂ ਬੀਐਸਸੀ ਤੋਂ ਬਾਅਦ ਕਰਦੇ ਹਾਂ। ਜਿਹੜਾ ਇੰਟੀਗ੍ਰੇਟਡ ਕੋਰਸ ਹੈ, ਜਿਹਨੂੰ ਇੰਟੀਗ੍ਰੇਟਡ ਕੋਰਸ ਕਹਿੰਦੇ ਆ, ਬੀਪੀਐਡ ਇੰਟੀਗ੍ਰੇਟਡ ਕੋਰਸ, ਉਹ ਕੋਰਸ ਜਿਹੜਾ ਹੈ ਆਪਾਂ +2 ਜਮਾਤ ਤੋਂ ਬਾਅਦ ਕਰ ਸਕਦੇ, ਉਹ 4 ਸਾਲ ਦਾ ਕੋਰਸ ਹੈ। ਜਿਹੜਾ ਡਿਪਲੋਮਾ ਕੋਰਸ ਹੈ ਬੀਪੀਐਡ ਦਾ, ਇਹ 2 ਸਾਲ ਦਾ ਕੋਰਸ ਹੈ। ਦੁਬਾਰਾ ਦੱਸਦੇ ਹਾਂ, ਕਦੋਂ ਕਰ ਸਕਦੇ ਹਾਂ? ਗ੍ਰੈਜੂਏਸ਼ਨ ਤੋਂ ਬਾਅਦ। ਇਹਦੇ ਬਾਰੇ ਹੋਰ ਜਾਣਕਾਰੀ ਆਪਾਂ ਹਾਸਲ ਕਰਦੇ ਹਾਂ। ਤਾਂ ਬੀਪੀਐਡ ਡਿਪਲੋਮਾ ਕੋਰਸ ਦਾ ਪੂਰਾ ਨਾਮ ਹੈਗਾ ਬੈਚਲਰ ਆਫ ਫਿਜ਼ੀਕਲ ਐਜੂਕੇਸ਼ਨ ਡਿਪਲੋਮਾ। ਬ੍ਰੈਕਟ ਵਿੱਚ ਡਿਪਲੋਮਾ ਲਿਖਣਾ ਜ਼ਰੂਰੀ ਹੈ, ਕਿਉਂਕਿ ਬੀਪੀਐਡ ਉਹਦਾ ਨਾਮ ਵੀ ਹੈ, ਪਹਿਲਾਂ ਵਾਲੇ ਕੋਰਸ ਦਾ ਬੀਪੀਐਡ ਇਹਦਾ ਨਾਮ ਵੀ ਹੈ। ਉਹਦਾ ਬੀਪੀਐਡ ਜਿੱਥੇ ਇੱਥੇ ਡਿਪਲੋਮਾ ਲਿਖਿਆ, ਉੱਥੇ ਇੰਟੀਗ੍ਰੇਟਡ ਕੋਰਸ ਲਿਖਿਆ ਹੁੰਦਾ। ਬੀਪੀਐਡ ਉਹ ਇੰਟੀਗ੍ਰੇਟਡ ਕੋਰਸ ਹੈ, ਇਹ ਹੈਗਾ ਬੀਪੀਐਡ ਡਿਪਲੋਮਾ, ਬੈਚਲਰ ਆਫ ਫਿਜ਼ੀਕਲ ਐਜੂਕੇਸ਼ਨ ਡਿਪਲੋਮਾ। ਤਾਂ ਪਿਆਰੇ ਵਿਦਿਆਰਥੀਓ, ਗੱਲ ਆਉਂਦੀ ਹੈ ਕਿ ਇਹ ਆਪਾਂ ਬੀਏ ਬੀਐਸਸੀ ਤੋਂ ਬਾਅਦ ਕਰ ਸਕਦੇ ਹਾਂ। 2 ਸਾਲ ਦਾ ਇਹ ਕੋਰਸ ਹੈ। ਦਾਖਲੇ ਲਈ ਕੀ ਯੋਗਤਾ ਹੈ? ਨੰਬਰ 1 ਤਾਂ ਜੀ ਗ੍ਰੈਜੂਏਸ਼ਨ ਜਿਹੜੀ ਹੈ ਹੋਣੀ ਚਾਹੀਦੀ। ਗ੍ਰੈਜੂਏਸ਼ਨ ਦਾ ਮਤਲਬ ਹੁੰਦਾ ਬੀਏ ਬੀਐਸਸੀ। ਪਿਆਰੇ ਵਿਦਿਆਰਥੀਓ, ਦੂਜੀ ਯੋਗਤਾ ਹੈਗੀ ਹੈ ਕਿ ਯੋਗਤਾ ਟੈਸਟ ਦਾ ਮਤਲਬ ਸਰੀਰਕ ਯੋਗਤਾ ਟੈਸਟ, ਉਹ ਪਾਸ ਹੋਣਾ ਜ਼ਰੂਰੀ ਹੈ। ਤੀਸਰਾ ਹੈਗਾ ਜੀ ਕੁਝ ਸੰਸਥਾਵਾਂ ਦੀ ਸ਼ਰਤ ਹੈ। ਕਿਹੜੀ ਸ਼ਰਤ ਹੈ? ਵੀ ਜਿਹੜਾ ਵਿਅਕਤੀ ਇਹ ਕੋਰਸ ਕਰਨਾ ਚਾਹੁੰਦਾ ਹੈ, ਉਹ ਘੱਟੋ ਘੱਟ ਰਾਜ ਪੱਧਰ ਦਾ, ਸਟੇਟ ਪੱਧਰ ਦਾ ਖਿਡਾਰੀ ਜ਼ਰੂਰ ਹੋਵੇ। ਪਰ ਕੁਝ ਸੰਸਥਾਵਾਂ ਇਹੋ ਜਿਹੀਆਂ ਵੀ ਹੈ ਜਿਹੜੀਆਂ ਇਹ ਸ਼ਰਤ ਨਹੀਂ ਲਾਉਂਦੀਆਂ ਤੇ ਆਪਾਂ ਇਹ ਕੋਰਸ ਬੀਪੀਐਡ ਡਿਪਲੋਮਾ ਕਰ ਸਕਦੇ ਹਾਂ। ਪਿਆਰੇ ਵਿਦਿਆਰਥੀਓ, ਕਈ ਵਾਰੀ ਕੀ ਹੁੰਦਾ ਹੈ ਕਿ ਸਾਨੂੰ ਪਤਾ ਨਹੀਂ ਲੱਗਦਾ, ਗਾਈਡੈਂਸ ਹੁੰਦੀ ਨਹੀਂ, ਸਾਨੂੰ ਕਰੀਅਰ ਬਾਰੇ ਕਿਸੇ ਨੇ ਦੱਸਿਆ ਨਹੀਂ ਹੁੰਦਾ ਤੇ ਅਸੀਂ ਬੀਏ ਕਰਨ ਲੱਗ ਜਾਂਦੇ। ਜਿਵੇਂ ਆਪਣੇ ਪਿੰਡਾਂ ਦਾ ਆਮ ਤੌਰ ਤੇ ਹੀ ਹੈ ਕਿ +2 ਬਾਅਦ ਕੀ ਕਰਨੀ ਹੈ? ਬੀਏ ਕਰਨੀ। ਤਾਂ ਹੁਣ ਬੀਏ ਕਰਨ ਤੋਂ ਬਾਅਦ ਜਦੋਂ ਰਾਹ ਹੀ ਨਹੀਂ ਕੋਈ ਮਿਲਦਾ ਨੌਕਰੀ ਦਾ, ਤਾਂ ਫਿਰ ਪਤਾ ਲੱਗਦਾ ਵੀ ਆਪਾਂ ਤਾਂ ਜਿਹੜਾ ਹੈਗਾ ਖੇਡਾਂ ਵਾਲਾ ਕੋਰਸ ਕਰ ਲੈਂਦੇ, ਕੋਈ ਖੇਡਾਂ ਦੇ ਅਧਿਆਪਕ ਹੀ ਬਣ ਜਾਂਦੇ, ਕਿਉਂਕਿ ਦੂਜੇ ਪਾਸੇ ਤਾਂ ਪੜ੍ਹਾਈ ਬਹੁਤ ਕਰਨੀ ਪੈਂਦੀ ਹੈ। ਇਹੋ ਜਿਹੀਆਂ ਗੱਲਾਂ ਦਿਮਾਗ 'ਚ ਆਉਂਦੀਆਂ। ਤਾਂ ਉਦੋਂ ਵੀ ਆਪਾਂ ਵਾਪਸ ਆ ਸਕਦੇ ਹਾਂ ਖੇਡਾਂ ਦੀ ਦੁਨੀਆ ਦੇ ਵਿੱਚ। ਉਹ ਕਿਵੇਂ? ਇਹੀ ਕੋਰਸ ਕਰਕੇ, ਬੀਪੀਐਡ ਦਾ ਡਿਪਲੋਮਾ ਕਰਕੇ, ਬੀਏ ਤੋਂ ਬਾਅਦ ਵੀ। ਤਾਂ ਪਿਆਰੇ ਵਿਦਿਆਰਥੀਓ, ਇਹਦੇ ਲਾਭ ਕੀ ਹੈ? ਇਹਦਾ ਲਾਭ ਇਹ ਹੈ ਕਿ ਡੀਪੀਈ ਦੀ ਅਸਾਮੀ ਹੁੰਦੀ ਹੈ ਸਕੂਲਾਂ ਦੇ ਵਿੱਚ, ਉਸ ਦੀ ਨੌਕਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਡੀਪੀਈ ਦੀ ਅਸਾਮੀ ਤੇ ਸਰਕਾਰੀ ਨੌਕਰੀ ਵੀ ਮਿਲ ਸਕਦੀ ਹੈ ਤੇ ਪ੍ਰਾਈਵੇਟ ਨੌਕਰੀ ਵੀ ਮਿਲ ਸਕਦੀ ਹੈ। ਇਹ ਕੋਰਸ ਜਿਹੜਾ ਹੈ ਬੀਪੀਐਡ ਦਾ ਡਿਪਲੋਮਾ ਕੋਰਸ, ਲੜਕੇ ਵੀ ਕਰ ਸਕਦੇ, ਲੜਕੀਆਂ ਵੀ ਕਰ ਸਕਦੇ, ਕੋਈ ਪ੍ਰੋਬਲਮ ਨਹੀਂ ਹੈ। ਜੋ ਨੌਕਰੀ ਸਾਨੂੰ ਬੀਪੀਐਡ ਇੰਟੀਗ੍ਰੇਟਡ ਕੋਰਸ ਤੋਂ ਮਿਲਣੀ ਹੈ, ਉਹੀ ਨੌਕਰੀ ਸਾਨੂੰ ਬੀਪੀਐਡ ਡਿਪਲੋਮਾ ਤੋਂ ਵੀ ਮਿਲ ਸਕਦੀ ਹੈ। ਅੱਜ ਆਪਾਂ ਜਿਹੜਾ ਪ੍ਰਸ਼ਨ ਸਟੱਡੀ ਕਰਾਂਗੇ ਉਹ ਹੈਗਾ ਕਿ ਐਮਪੀਐਡ ਕੋਰਸ ਸੰਬੰਧੀ ਜਾਣਕਾਰੀ ਦਿਓ। ਤਾਂ ਪਿਆਰੇ ਵਿਦਿਆਰਥੀਓ, ਜਿਸ ਤਰ੍ਹਾਂ ਅਸੀਂ +2 ਤੋਂ ਬਾਅਦ ਬੀਏ ਕਰਦੇ ਹਾਂ, ਬੀਏ ਤੋਂ ਬਾਅਦ ਐਮਏ ਕਰਦੇ ਹਾਂ, ਤਾਂ ਐਮਏ ਨੂੰ ਅਸੀਂ ਮਾਸਟਰ ਕੋਰਸ ਕਹਿੰਦੇ ਹਾਂ, ਜਿਹੜੀ ਬੀਏ ਹੈ ਉਹਨੂੰ ਅਸੀਂ ਗ੍ਰੈਜੂਏਸ਼ਨ ਕਹਿੰਦੇ ਹਾਂ। ਦੁਬਾਰਾ ਦੱਸਦੇ ਹਾਂ, ਬੀਏ ਤੋਂ ਬਾਅਦ ਜਦੋਂ ਐਮਏ ਕਰਦੇ ਹਾਂ ਉਸ ਨੂੰ ਆਪਾਂ ਮਾਸਟਰ ਕੋਰਸ ਕਹਿੰਦੇ ਹਾਂ। ਜਿਸ ਤਰ੍ਹਾਂ ਐਮਏ ਹਿਸਟਰੀ, ਤਾਂ ਇਹਦਾ ਮਤਲਬ ਕੀ ਹੈ? ਐਮਏ ਹਿਸਟਰੀ ਦਾ ਕੀ ਹੈ? ਮਾਸਟਰ ਆਫ ਆਰਟਸ ਇਨ ਹਿਸਟਰੀ। ਇਸੇ ਤਰ੍ਹਾਂ ਹੀ ਜਿਹੜੀ ਇਹ ਮਾਸਟਰਸ ਡਿਗਰੀ ਹੈ, ਇਹ ਸਾਡੇ ਖੇਡਾਂ ਨਾਲ ਸੰਬੰਧਿਤ ਵੀ ਹੈਗੀ ਹੈ। ਸਾਡੇ ਉਹਨਾਂ ਅਧਿਆਪਕਾਂ ਵਾਸਤੇ ਵੀ ਹੈਗੀ ਹੈ ਜਿਹੜੇ ਖੇਡਾਂ ਨਾਲ ਤੇ ਸਰੀਰਕ ਸਿੱਖਿਆ ਨਾਲ ਜੁੜੇ ਹੋਏ ਹਨ। ਇਹ ਐਮਪੀਐਡ ਇੱਕ ਮਾਸਟਰਸ ਡਿਗਰੀ ਹੈ। ਤਾਂ ਇਹਦੇ ਬਾਰੇ ਆਪਾਂ ਹੋਰ ਜਾਣਕਾਰੀ ਹਾਸਲ ਕਰਦੇ ਹਾਂ ਅੱਜ। ਤਾਂ ਆਪਣਾ ਪਾਠ ਪਿਆਰੇ ਵਿਦਿਆਰਥੀਓ ਹੈਗਾ ਸਰੀਰਕ ਸਿੱਖਿਆ ਵਿੱਚ ਕਿੱਤੇ ਅਤੇ ਖੇਡ ਅਵਾਰਡ। ਆਪਾਂ ਕਿੱਤੇ ਦੀ ਗੱਲ ਕਰ ਰਹੇ ਹਾਂ। ਪ੍ਰਸ਼ਨ ਹੈਗਾ ਐਮਪੀਐਡ ਕੋਰਸ ਬਾਰੇ ਜਾਣਕਾਰੀ ਦਿਓ, ਇਸ ਕੋਰਸ ਦੇ ਲਾਭ ਵੀ ਦੱਸੋ। ਤਾਂ ਪਿਆਰੇ ਵਿਦਿਆਰਥੀਓ, ਪਹਿਲਾਂ ਮੈਂ ਭੂਮਿਕਾ ਦੱਸ ਦਿਆਂ। ਇਹ ਜਿਹੜਾ ਐਮਪੀਐਡ ਹੈ ਨਾ, ਇਹਦੀ ਫੁੱਲ ਫਾਰਮ ਹੈਗੀ ਹੈ ਮਾਸਟਰ ਆਫ ਫਿਜ਼ੀਕਲ ਐਜੂਕੇਸ਼ਨ। ਤਾਂ ਪਿਆਰੇ ਵਿਦਿਆਰਥੀਓ, ਇਹ ਮਾਸਟਰਸ ਡਿਗਰੀ ਹੈ। ਆਪਣੇ ਤਾਂ ਪਿੰਡਾਂ ਦੇ ਵਿੱਚ ਰੇਹੜੀ ਵਾਲੇ ਨੂੰ ਵੀ ਮਾਸਟਰ ਕਹਿ ਦਿੰਦੇ ਆ, ਐ ਨਹੀਂ ਹੁੰਦਾ। ਮਾਸਟਰ ਦਾ ਮਤਲਬ ਮਾਹਰ, ਕਿਸੇ ਵਿਸ਼ੇ ਦੇ ਵਿੱਚ ਮਾਹਰ ਹੋਣਾ, ਉਹ ਮਾਸਟਰ ਹੈ।
ਤਾਂ ਆਪਣਾ ਜਿਹੜੇ ਕੋਰਸ ਹੈ, ਜਿਵੇਂ ਆਪਾਂ ਐਮਏ ਕਹਿੰਦੇ ਮਾਸਟਰ ਇਨ ਆਰਟਸ, ਉਸੇ ਤਰ੍ਹਾਂ ਹੀ ਐਮਪੀਐਡ ਦਾ ਮਤਲਬ ਹੈਗਾ ਮਾਸਟਰ ਇਨ ਫਿਜ਼ੀਕਲ ਐਜੂਕੇਸ਼ਨ, ਮਾਸਟਰ ਇਨ ਫਿਜ਼ੀਕਲ ਐਜੂਕੇਸ਼ਨ। ਤਾਂ ਪਿਆਰੇ ਵਿਦਿਆਰਥੀਓ, ਜਿਹੜੇ ਮਾਸਟਰਸ ਡਿਗਰੀ ਹੈ ਇਹਦੇ ਨਾਲ ਹੁੰਦਾ ਕੀ ਹੈ ਕਿ ਅਸੀਂ ਮਾਸਟਰਸ ਡਿਗਰੀ ਕਰਨ ਤੋਂ ਬਾਅਦ ਜੇ ਨੈਟ ਕਲੀਅਰ ਕਰ ਲੈਂਦੇ ਹਾਂ, ਯੂਜੀਸੀ ਦਾ ਇੱਕ ਐਗਜ਼ਾਮ ਹੈ ਨੈਟ, ਉਹ ਕਲੀਅਰ ਕਰ ਲੈਂਦੇ ਹਾਂ, ਤਾਂ ਕਾਲਜ ਦੇ ਵਿੱਚ ਵੀ ਅਸੀਂ ਫਿਜ਼ੀਕਲ ਦੇ ਲੈਕਚਰਰ ਪ੍ਰੋਫੈਸਰ ਲੱਗ ਸਕਦੇ ਹਾਂ। ਤਾਂ ਇੰਨਾ ਵਧੀਆ ਕੋਰਸ ਹੈ। ਹੋਰ ਆਪਾਂ ਕੀ ਕਰ ਸਕਦੇ ਹਾਂ, ਆਪਾਂ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਵੀ ਅਸਾਮੀ ਲਈ ਅਪਲਾਈ ਕਰ ਸਕਦੇ ਹਾਂ। ਆ ਹੋਰ ਆਪਾਂ ਜਾਣਕਾਰੀ ਇਹਦੇ ਬਾਰੇ ਲੈਂਦੇ ਹਾਂ। ਤਾਂ ਪਿਆਰੇ ਵਿਦਿਆਰਥੀਓ, ਦਾਖਲਾ ਲੈਣ ਲਈ ਯੋਗਤਾ ਕੀ ਹੈ? ਜਿਹੜਾ ਬੀਪੀਐਡ ਹੈ ਨਾ, ਉਹ ਪਾਸ ਹੋਣਾ ਜ਼ਰੂਰੀ ਹੈ। ਹੁਣ ਬੀਪੀਐਡ ਬਾਰੇ ਫਿਰ ਯਾਦ ਦਵਾ ਦਿਓ ਤੁਹਾਨੂੰ। ਤਾਂ ਪਿਆਰੇ ਵਿਦਿਆਰਥੀਓ, ਬੀਪੀਐਡ ਵੀ ਆਪਾਂ ਦੋ ਤਰ੍ਹਾਂ ਕਰ ਸਕਦੇ ਹਾਂ। ਇੱਕ ਤਾਂ ਹੈਗਾ ਬੀਪੀਐਡ ਡਿਪਲੋਮਾ, ਜਿਹੜਾ ਬੀਏ ਤੋਂ ਬਾਅਦ ਹੁੰਦਾ ਤੇ 2 ਸਾਲ ਦਾ ਹੁੰਦਾ। ਬੀਏ ਤੋਂ ਬਾਅਦ ਹੁੰਦਾ ਤੇ 2 ਸਾਲ ਦਾ ਹੁੰਦਾ ਬੀਪੀਐਡ ਡਿਪਲੋਮਾ। ਦੂਜਾ ਕੀ ਹੈ ਬੀਪੀਐਡ? ਬੀਪੀਐਡ ਇੰਟੀਗ੍ਰੇਟਡ ਕੋਰਸ ਹੈ। ਬੀਪੀਐਡ ਇੰਟੀਗ੍ਰੇਟਡ ਕੋਰਸ ਉਹ ਕਦੋਂ ਹੁੰਦਾ? ਉਹ +2 ਤੋਂ ਬਾਅਦ 4 ਸਾਲ ਦਾ ਕੋਰਸ ਹੈ। ਤਾਂ ਦੋਨੋਂ ਕੋਰਸ, ਚਾਹੇ ਬੀਪੀਐਡ ਡਿਪਲੋਮਾ ਹੈ ਤੇ ਚਾਹੇ ਬੀਪੀਐਡ ਇੰਟੀਗ੍ਰੇਟਡ ਕੋਰਸ ਹੈ, ਦੋਨੋਂ ਹੀ ਇਕੁਇਵਲੈਂਟ ਹੈ ਤੇ ਦੋਨੋਂ ਹੀ ਜ਼ਰੂਰੀ ਹੈ ਜੇ ਆਪਾਂ ਐਮਪੀਐਡ ਕਰਨੀ ਹੈ। ਉਸੇ ਤਰ੍ਹਾਂ ਜਿਵੇਂ ਬੀਏ ਕੀਤੀ ਹੋਵੇ ਤੇ ਐਮਏ ਕਰ ਸਕਦੇ ਹਾਂ, ਉਸੇ ਤਰ੍ਹਾਂ ਹੀ। ਤਾਂ ਪਿਆਰੇ ਵਿਦਿਆਰਥੀਓ, ਬੀਪੀਐਡ ਪਾਸ ਹੋਣਾ ਜ਼ਰੂਰੀ ਹੈ, ਇਹਦੇ 'ਚ ਚੰਗੇ ਅੰਕ ਹੋਣ, ਉਹਦੇ ਬਾਰੇ ਆਪਾਂ ਗੱਲ ਕਰਾਂਗੇ। ਦੂਜੀ ਗੱਲ, ਸਰੀਰਕ ਯੋਗਤਾ ਟੈਸਟ ਪਾਸ ਕਰਨਾ। ਤਾਂ ਕੁਝ ਸਰੀਰ ਨੂੰ ਚੈੱਕ ਕਰਨ ਵਾਸਤੇ ਕੁਝ ਯੋਗਤਾਵਾਂ ਦੇ ਟੈਸਟ ਰੱਖੇ ਹੁੰਦੇ ਆ, ਉਹ ਪਾਸ ਕਰਨਾ ਜ਼ਰੂਰੀ ਹੁੰਦਾ। ਤੀਸਰਾ ਹੈਗਾ ਮੈਰਿਟ ਬਣਾਈ ਜਾਂਦੀ ਹੈ। ਇਸ ਵਾਸਤੇ ਐਮਪੀਐਡ ਦਾ ਕੋਰਸ ਕਰਨ ਵਾਸਤੇ ਮੈਰਿਟ ਬਣਾਈ ਜਾਂਦੀ ਹੈ। ਤਾਂ ਉਹਦੇ 'ਚ ਕੀ ਕਰਦੇ ਆ ਕਿ ਜਿਹੜੇ ਬੀਪੀਐਡ ਤੋਂ ਪ੍ਰਾਪਤ ਅੰਕ ਨੇ ਉਹਨਾਂ ਅਨੁਸਾਰ ਮੈਰਿਟ ਬਣਾਈ ਜਾਂਦੀ ਹੈ। ਜਿੰਨੀਆਂ ਸੀਟਾਂ ਹੁਣ ਉੱਪਰੋਂ ਮੈਰਿਟ ਚੱਕ ਕੇ ਤੇ ਉਹਨਾਂ ਵਿਦਿਆਰਥੀਆਂ ਨੂੰ ਐਡਮਿਸ਼ਨ ਦੇ ਦਿੰਦੇ। ਹੋਰ ਕੀ ਹੈਗਾ ਇਹਦੇ 'ਚ ਕੰਮ ਦਾ ਪੁਆਇੰਟ ਇਹ ਹੈ ਕਿ ਖੇਡ ਯੋਗਤਾ ਅਨੁਸਾਰ ਮੈਰਿਟ ਵਿੱਚ ਵਾਧੂ ਅੰਕ। ਤਾਂ ਜਦੋਂ ਮੈਰਿਟ ਬਣਦੀ ਹੈ ਨਾ, ਤੇ ਜੇਕਰ ਕੋਈ ਵਿਦਿਆਰਥੀ ਜਿਹੜਾ ਇਹ ਐਮਪੀਐਡ ਦਾ ਕੋਰਸ ਕਰਨਾ ਚਾਹੁੰਦਾ ਹੈ ਤੇ ਉਹ ਕਿਸੇ ਰਾਜ ਪੱਧਰ ਦੀ ਖੇਡ ਦੇ ਵਿੱਚ ਭਾਗ ਲੈ ਚੁੱਕਿਆ ਹੈ ਜਾਂ ਕੌਮੀ ਪੱਧਰ ਦੀ ਖੇਡ 'ਚ ਭਾਗ ਲੈ ਚੁੱਕਿਆ ਹੈ, ਤਾਂ ਉਹਦੇ ਨਾਲ ਉਹਨਾਂ ਨੂੰ ਐਕਸਟਰਾ ਅੰਕ ਮਿਲ ਜਾਂਦੇ, ਵਾਧੂ ਅੰਕ ਮਿਲ ਜਾਂਦੇ, ਤਾਂ ਮੈਰਿਟ ਉਹਨਾਂ ਦੀ ਉੱਪਰ ਚਲੀ ਜਾਂਦੀ ਹੈ। ਹੁਣ ਲਾਭ ਦੀ ਗੱਲ ਕਰਦੇ ਹਾਂ। ਜਿਵੇਂ ਕਿ ਮੈਂ ਪਹਿਲਾਂ ਵੀ ਬਿਆਨ ਕੀਤਾ, ਇੱਕ ਵਾਰੀ ਫਿਰ ਦੱਸ ਦਿਆਂ। ਪਹਿਲੀ ਗੱਲ ਤਾਂ ਇਹ ਹੈ ਕਿ ਸੀਨੀਅਰ ਸੈਕੰਡਰੀ ਸਕੂਲਾਂ ਦੇ ਵਿੱਚ ਫਿਜ਼ੀਕਲ ਲੈਕਚਰਰ ਦੀ ਅਸਾਮੀ ਦੇ ਯੋਗ ਹੋ ਜਾਂਦਾ ਬੰਦਾ, ਇਹ ਜਦੋਂ ਐਮਪੀਐਡ ਦਾ ਕੋਰਸ ਕਰ ਲੈਂਦਾ। ਉਸ ਤੋਂ ਬਾਅਦ ਦੂਜਾ ਪੁਆਇੰਟ ਹੈਗਾ ਜੀ, ਜੇ ਤੁਸੀਂ ਮਿਹਨਤ ਕਰ ਸਕਦੇ ਹੋ, ਕੋਰਸ ਤਾਂ ਕਰ ਲਿਆ ਐਮਪੀਐਡ ਦਾ, ਨਾਲ ਮਿਹਨਤ ਕਰ ਲਓ। ਯੂਜੀਐਸ ਵੱਲੋਂ ਨੈਟ ਇੱਕ ਐਗਜ਼ਾਮ ਹੁੰਦਾ, ਪਾਸ ਕਰਨ ਉਪਰੰਤ ਕਾਲਜ ਲੈਕਚਰਰ ਦੀ ਅਸਾਮੀ ਦੇ ਯੋਗ ਹੋ ਜਾਂਦੇ ਹੋ। ਤਾਂ ਪਿਆਰੇ ਵਿਦਿਆਰਥੀਓ, ਅਸੀਂ ਅੱਜ ਜਾਣਿਆ ਕਿ ਐਮਪੀਐਡ ਕੀ ਹੈ। ਐਮਪੀਐਡ ਵਾਸਤੇ ਬੇਸਿਕ ਜਿਹੜੀ ਲੋੜ ਹੈ ਉਹ ਹੈਗੀ ਹੈ ਬੀਪੀਐਡ। ਤੁਸੀਂ ਜ਼ਰੂਰ ਪ੍ਰੇਰਿਤ ਹੋਏ ਹੋਵੋਗੇ ਕਿ ਭਾਈ ਅਸੀਂ ਵੀ ਇਹ ਕੋਰਸ ਕਰ ਲਈਏ। ਤਾਂ ਪਿਆਰੇ ਵਿਦਿਆਰਥੀਓ, ਮੈਂ ਇੱਕ ਗੱਲ ਫੇਰ ਦੱਸ ਦਿਆਂ, ਮੈਂ ਹਮੇਸ਼ਾ ਕਹਿੰਦਾ ਉਹ ਇਹ ਹੈ ਕਿ ਆਪਾਂ ਜਦੋਂ +2 ਦੇ ਵਿੱਚ ਫਿਜ਼ੀਕਲ ਐਜੂਕੇਸ਼ਨ ਨੂੰ ਇਲੈਕਟਿਵ ਸਬਜੈਕਟ ਦੇ ਤੌਰ ਤੇ ਲਿਆ ਨਾ, ਉਦੋਂ ਹੀ ਇਹਦੇ ਵਿੱਚ ਵੱਧ ਅੰਕ ਵੀ ਪ੍ਰਾਪਤ ਕਰਨ ਲੱਗ ਜਾਓ। ਨਾਲ ਦੀ ਨਾਲ ਗੇਮਾਂ ਦੇ ਵਿੱਚ ਭਾਗ ਲੈਣ ਲੱਗ ਜਾਓ। ਇਹੋ ਜਿਹੀਆਂ ਗੇਮਸ ਦੇ ਵਿੱਚ ਭਾਗ ਲਓ ਜਿਹੜੀਆਂ ਤੁਹਾਡੇ ਮੁਤਾਬਕ ਵੀ ਵਧੀਆ ਹੋਣ ਤੇ ਉਹਨਾਂ ਗੇਮਾਂ ਦੇ ਵਿੱਚ ਕੰਪੀਟੀਸ਼ਨ ਘੱਟ ਹੋਵੇ। ਜਿਵੇਂ ਲੜਕੀਆਂ ਹੈਗੀਆਂ, ਲੜਕੀਆਂ ਵਾਸਤੇ ਬੈਡਮਿੰਟਨ ਦੀ ਗੇਮ ਬਹੁਤ ਵਧੀਆ, ਕੰਪੀਟੀਸ਼ਨ ਬਹੁਤ ਘੱਟ ਹੈ ਤੇ ਅੱਗੇ ਵੱਧ ਸਕਦੀਆਂ। ਇਸੇ ਤਰ੍ਹਾਂ ਜਿਹੜੇ ਲੜਕੇ ਨੇ ਪੋਲ ਵਾਲਟ, ਉਹਦੇ 'ਚ ਕੰਪੀਟੀਸ਼ਨ ਨਹੀਂ ਹੈਗਾ, ਇੱਕ ਟੈਕਨੀਕ ਹੀ ਹੈ ਨਾਲੇ। ਤੇ ਟੈਕਨੀਕ ਸਿੱਖ ਕੇ ਤਾਂ ਆਪਾਂ ਵਧੀਆ ਅੱਗੇ ਰਾਜ ਪੱਧਰ ਤੇ ਨੈਸ਼ਨਲ ਪੱਧਰ ਤੇ ਪਹੁੰਚ ਸਕਦੇ ਹਾਂ। ਕੰਪੀਟੀਸ਼ਨ ਘੱਟ ਹੈ ਤੇ ਜੇ ਉਹ ਸਰਟੀਫਿਕੇਟ ਪ੍ਰਾਪਤ ਹੋ ਜਾਏ ਤਾਂ ਆਪਾਂ ਸਿੱਧਾ ਬੀਪੀਐਡ ਐਮਪੀਐਡ ਕਰਕੇ ਤੇ ਕੋਈ ਨੌਕਰੀ ਵੀ ਲੈ ਸਕਦੇ ਹਾਂ। ਬਹੁਤ ਹੀ ਛੋਟਾ ਰਾਹ ਹੈ ਜਿਹਦੇ ਨਾਲ ਆਪਾਂ ਸਵਸਥ ਵੀ ਰਹਿੰਦੇ, ਆਪਦੇ ਸਰੀਰ ਨੂੰ ਵੀ ਸਵਸਥ ਰੱਖਦੇ ਹਾਂ ਤੇ ਨੌਕਰੀ ਵੀ ਪ੍ਰਾਪਤ ਕਰ ਲੈਂਦੇ ਹਾਂ। ਇਦੋਂ ਵਧੀਆ ਜਿਹੜੀ ਹੈ ਪੜ੍ਹਾਈ, ਇਦੋਂ ਵਧੀਆ ਨੌਕਰੀ ਦਾ ਹੋਰ ਮੌਕਾ ਜਿਹੜਾ ਹੈਗਾ ਆਪਾਂ ਨੂੰ ਮਿਲਦਾ ਨਹੀਂ ਹੈ। ਭਾਈ ਆਪਣੇ ਸਿਲੇਬਸ ਦੇ ਵਿੱਚ ਇਹੀ ਕਿਤੇ ਨਾਲ ਸੰਬੰਧਿਤ ਜਾਣਕਾਰੀ ਇਸੇ ਵਾਸਤੇ ਤਾਂ ਪਾਈ ਹੈ ਕਿ ਵਿਦਿਆਰਥੀ ਪ੍ਰੇਰੇ ਜਾਣ। ਤਾਂ ਉਮੀਦ ਹੈ ਕਿ ਮਕਸਦ ਪੂਰਾ ਹੋਇਆ ਹੋਊਗਾ ਇਸ ਵੀਡੀਓ ਦਾ ਵੀ। ਪਰ ਹੁਣ ਵੇਲਾ ਆ ਗਿਆ ਕਿ ਅਸੀਂ ਫਿਜ਼ੀਕਲ ਐਜੂਕੇਸ਼ਨ ਦਾ ਵਿਸ਼ਾ ਸਿਰਫ +2 'ਚ ਨਹੀਂ ਪੜ੍ਹਦੇ,
ਬਲਕਿ ਇਸ ਵਿਸ਼ੇ ਦੇ ਉੱਤੇ PhD ਤੱਕ ਕੀਤੀ ਜਾ ਸਕਦੀ। ਤੁਸੀਂ ਆਖੋਗੇ PhD ਕੀ ਹੈ, ਦੱਸਾਂਗੇ। PhD ਤੋਂ ਪਹਿਲਾਂ ਵੀ ਇੱਕ ਡਿਗਰੀ ਹੁੰਦੀ ਹੈ MPhil। ਅੱਜ ਆਪਾਂ ਉਸੇ ਦੀ ਗੱਲ ਕਰਨੀ ਹੈ ਕਿ ਇਹ MPhil ਕੀ ਹੈ ਤੇ ਇਹ ਆਪਾਂ ਕੋਰਸ ਜਿਹੜਾ ਹੈਗਾ ਕਿਵੇਂ ਕਰ ਸਕਦੇ ਹਾਂ, ਇਹ ਕੋਰਸ ਕਰਨ ਦੇ ਕੀ ਲਾਭ ਨੇ, ਆਓ ਆਪਾਂ ਸਟੱਡੀ ਕਰੀਏ। MPhil ਇਨ ਫਿਜ਼ੀਕਲ ਐਜੂਕੇਸ਼ਨ। ਪਾਠ ਤੀਜਾ, ਸਰੀਰਕ ਸਿੱਖਿਆ ਵਿੱਚ ਕਿੱਤੇ ਅਤੇ ਖੇਡ ਅਵਾਰਡ। ਆਪਾਂ ਕਿੱਤਿਆਂ ਦੀ ਗੱਲ ਹੀ ਕਰ ਰਹੇ ਹਾਂ। ਪ੍ਰਸ਼ਨ ਹੈਗਾ ਮਾਸਟਰ ਆਫ ਫਿਲਾਸਫੀ ਇਨ ਫਿਜ਼ੀਕਲ ਐਜੂਕੇਸ਼ਨ ਕੋਰਸ ਬਾਰੇ ਜਾਣਕਾਰੀ ਦਿਓ। ਭੂਮਿਕਾ। ਤਾਂ ਪਿਆਰੇ ਵਿਦਿਆਰਥੀਓ, ਮਾਸਟਰ ਆਫ ਫਿਲਾਸਫੀ ਪਹਿਲਾਂ ਤਾਂ ਪਤਾ ਹੋਵੇ ਨਾ। ਮਾਸਟਰ ਦਾ ਮਤਲਬ ਹੁੰਦਾ ਮਾਹਰ, ਉਹ ਰੇਡੀ ਮਾਸਟਰ ਵਾਲੀ ਗੱਲ ਨਹੀਂ ਹੈ। ਮਾਸਟਰ ਦਾ ਮਤਲਬ ਮਾਹਰ, ਫਿਲਾਸਫੀ ਦੇ ਵਿੱਚ ਮਾਹਰ। ਹੁਣ ਫਿਲਾਸਫੀ ਕੀ ਹੈ? ਵਿਚਾਰਧਾਰਾ, ਜ਼ਿੰਦਗੀ ਦੀ ਵਿਚਾਰਧਾਰਾ। ਕਿਸੇ ਦੀ ਸੋਚ ਕਿਹੋ ਜੀ, ਕਿਸੇ ਦੀ ਸੋਚ ਕਿਹੋ ਜੀ। ਤਾਂ ਜਦੋਂ ਆਪਾਂ ਸੋਚ ਦੇ ਵਿੱਚ ਮਾਹਰ ਹੋ ਜਾਈਏ, ਕਿਹੜੀ ਸੋਚ 'ਚ ਮਾਹਰ ਹੋ ਜਾਈਏ? ਫਿਜ਼ੀਕਲ ਐਜੂਕੇਸ਼ਨ ਦੀ ਸੋਚ ਦੇ ਵਿੱਚ, ਉਦੋਂ ਆਪਾਂ ਕੀ ਕਰ ਲਿਆ? ਮਾਸਟਰ ਆਫ ਫਿਲਾਸਫੀ ਇਨ ਫਿਜ਼ੀਕਲ ਐਜੂਕੇਸ਼ਨ। ਉਮੀਦ ਹੈ ਕਿ ਗੱਲ ਤੁਹਾਨੂੰ ਸਮਝ ਆ ਗਈ ਹੋਊਗੀ। ਤਾਂ ਪਿਆਰੇ ਵਿਦਿਆਰਥੀਓ, ਜਿਹੜਾ ਇਹ ਇਹਦਾ ਮਾਸਟਰ ਆਫ ਫਿਲਾਸਫੀ ਹੈ ਫਿਜ਼ੀਕਲ ਐਜੂਕੇਸ਼ਨ, ਇਹ ਜਿਹੜਾ ਮਾਸਟਰ ਕੋਰਸ ਹੈ, ਇਹਦੇ ਵਿੱਚ ਸਰੀਰਕ ਸਿੱਖਿਆ ਦੇ ਖੇਤਰ ਦੇ ਵਿੱਚ ਖੋਜ ਦਾ ਕੰਮ ਕੀਤਾ ਜਾਂਦਾ। ਹੁਣ ਖੋਜ ਦੀ ਮੈਂ ਗੱਲ ਦੱਸਾਂ ਤਾਂ ਪਿਆਰੇ ਵਿਦਿਆਰਥੀਓ, ਇਹਦੇ ਵਿੱਚ ਨਾ ਫਿਜ਼ੀਕਲ ਐਜੂਕੇਸ਼ਨ ਨਾਲ ਸੰਬੰਧਿਤ, ਸਪੋਰਟਸ ਨਾਲ ਸੰਬੰਧਿਤ ਕੁਝ ਪਹਿਲਾਂ ਦੀਆਂ ਖੋਜਾਂ ਦੀ ਸਟੱਡੀ ਕਰਦੇ ਆ, ਫਿਰ ਕੁਝ ਨਵੇਂ ਤਰੀਕੇ ਅਡਾਪਟ ਕੀਤੇ ਜਾਂਦੇ ਆ। ਉਹਨਾਂ ਦੇ ਕੁਝ ਕਿਤਾਬ ਦੇ ਰੂਪ ਦੇ ਵਿੱਚ ਨਵੇਂ ਅਧਿਐਨ ਲਿਖੇ ਜਾਂਦੇ ਆ, ਜਿਹਨੂੰ ਡੈਜ਼ਰਟੇਸ਼ਨ ਕਹਿੰਦੇ ਆ। ਇੱਕ PhD ਹੁੰਦੀ ਹੈ, ਉਹਦੇ 'ਚ ਤਾਂ ਕੋਈ ਨਵੀਂ ਖੋਜ ਹੀ ਹੁੰਦੀ ਹੈ। ਇਹਦੇ 'ਚ ਕੁਝ ਨਾ ਕੁਝ ਪਹਿਲਾਂ ਦੀਆਂ ਖੋਜਾਂ ਦੇ ਵਿੱਚ ਸੁਧਾਰ ਹੁੰਦਾ। ਤਾਂ ਡੈਜ਼ਰਟੇਸ਼ਨ ਆਪਾਂ ਨੂੰ ਲਿਖਣਾ ਪੈਂਦਾ, ਪੜ੍ਹਾਈ ਵੀ ਕਰਨੀ ਪੈਂਦੀ ਹੈ, ਨਾਲ ਦੀ ਨਾਲ ਖੋਜ ਵੀ ਕਰਨੀ ਪੈਂਦੀ ਹੈ। ਭਾਵੇਂ ਖੋਜ ਛੋਟੇ ਲੈਵਲ ਦੀ ਹੈ, PhD ਦੇ ਲੈਵਲ ਦੀ ਨਹੀਂ ਹੈ, ਪਰ ਕਰਨੀ ਪੈਂਦੀ ਹੈ। ਲਗਭਗ ਖੋਜ ਵਾਲੇ ਸਾਰੀਆਂ ਪ੍ਰਕਿਰਿਆਵਾਂ, ਖੋਜ ਜਿਹੜਾ ਹੈਗਾ ਪ੍ਰਪੋਜ਼ਲ ਕੀ ਹੈ, ਖੋਜ ਰਿਪੋਰਟ ਕੀ ਹੈ, ਉਹ ਸਾਰੇ ਅੰਗ ਉਸੇ ਤਰ੍ਹਾਂ ਹੀ ਹੁੰਦੇ ਆ, ਪਰ ਲੈਵਲ ਜਿਹੜਾ ਹੈਗਾ ਇਹਦਾ MPhil ਦੇ ਵਿੱਚ ਖੋਜ ਦਾ, ਉਹ ਥੋੜਾ ਜਿਹਾ ਛੋਟਾ ਹੁੰਦਾ। ਯੋਗਤਾ ਕੀ ਚਾਹੀਦੀ ਹੈ? MPEd ਵਿੱਚੋਂ 55% ਅੰਕ। ਤੁਸੀਂ ਕਹੋਗੇ ਜੀ MPEd ਕੀ ਹੈ? ਇਹ ਮਾਸਟਰ ਡਿਗਰੀ ਹੈ ਜਿਹੜਾ ਫਿਜ਼ੀਕਲ ਐਜੂਕੇਸ਼ਨ ਦੀ। ਹੁਣ ਤੁਸੀਂ ਕਹੋ ਮਾਸਟਰਸ ਦੀ ਡਿਗਰੀ ਕਿਹੜੀ ਹੈ? ਜਿਵੇਂ ਆਪਣੀ BA ਹੁੰਦੀ ਹੈ ਤੇ ਉਸ ਤੋਂ ਬਾਅਦ MA ਹੁੰਦੀ ਹੈ, ਉਵੇਂ BPEd ਸਮਝ ਲਓ ਗ੍ਰੈਜੂਏਸ਼ਨ ਹੈ, ਤੇ MPEd ਜਿਹੜਾ ਸਮਝ ਲਓ ਮਾਸਟਰਸ ਦੀ ਡਿਗਰੀ ਹੈ। ਕਿਹੜੇ ਲੈਵਲ ਦੀ ਹੈ? ਇਹ ਫਿਜ਼ੀਕਲ ਐਜੂਕੇਸ਼ਨ ਦੀ ਹੈ। ਮਾਸਟਰ ਡਿਗਰੀ ਜਿਹੜੀ ਹੈਗੀ ਫਿਜ਼ੀਕਲ ਐਜੂਕੇਸ਼ਨ ਦੇ ਵਿੱਚ, ਇਹਦੇ ਚੋਂ ਜਿਹੜਾ MPEd ਦੇ ਵਿੱਚੋਂ 55% ਅੰਕ ਤੁਹਾਡੇ ਹੋਣੇ ਚਾਹੀਦੇ ਘੱਟੋ ਘੱਟ। ਦੂਜਾ ਕੀ ਹੈਗਾ ਇਹਦੇ 'ਚ ਜ਼ਰੂਰੀ ਚੀਜ਼? ਪ੍ਰਵੇਸ਼ ਪ੍ਰੀਖਿਆ, ਐਂਟਰੈਂਸ ਟੈਸਟ ਪਾਸ ਕਰਨਾ ਜ਼ਰੂਰੀ ਹੁੰਦਾ, ਫਿਰ ਐਡਮਿਸ਼ਨ ਮਿਲਦੀ ਹੈ। ਇਹਦੇ ਵਿੱਚ ਲਾਭ ਕੀ ਹੈ? ਇੱਕ ਤਾਂ ਕਾਲਜ ਲੈਕਚਰਰ ਲੱਗ ਸਕਦੇ ਹੋ। ਤੁਸੀਂ ਆਖੋਗੇ ਜੀ ਕਾਲਜ ਲੈਕਚਰਰ ਤਾਂ MPEd ਕਰਕੇ ਵੀ ਲੱਗ ਸਕਦੇ ਹੋ। ਬਿਲਕੁਲ ਲੱਗ ਸਕਦੇ ਹੋ ਜੀ, ਪਰ ਇਹ ਜਦੋਂ ਆਪਾਂ MPhil ਕਰ ਲੈਂਦੇ ਹਾਂ, ਯਾਨੀ ਕਿ ਆਪਾਂ ਹੋਰ ਅੱਗੇ ਮਾਹਰ ਹੋ ਗਏ, ਤਾਂ ਫਿਰ ਕਾਲਜ ਲੈਕਚਰਰ ਲੱਗਣ ਲੱਗਿਆ ਨੌਕਰੀ ਦਿੰਦੇ ਆ, ਉਹਦੇ 'ਚ ਪਹਿਲ ਦਿੰਦੇ ਆ। ਤਾਂ MPhil ਨੂੰ ਪਹਿਲ ਦਿੱਤੀ ਜਾਊਗੀ ਜੇ ਕਾਲਜ ਦੇ ਵਿੱਚ ਆਪਾਂ ਲੈਕਚਰਰ ਲੱਗਣਾ। ਅੱਗੇ ਜੀ PhD ਵਿੱਚ ਦਾਖਲਾ ਸੌਖਾ। ਜੇ ਆਪਾਂ MPhil ਕੀਤੀ ਹੈ ਤਾਂ PhD ਦੇ ਵਿੱਚ ਦਾਖਲਾ ਵੀ ਸੌਖਾ ਹੋ ਜਾਂਦਾ। ਕੁਝ ਯੂਨੀਵਰਸਿਟੀਆਂ ਤਾਂ MPhil ਵਾਲਿਆਂ ਦਾ ਵਾਸਤੇ ਕੋਈ ਐਂਟਰੈਂਸ ਟੈਸਟ ਜਿਹੜਾ ਹੈਗਾ PhD ਦਾ ਨਹੀਂ ਰੱਖਦੀਆਂ, ਤੇ ਵੈਸੇ ਵੀ ਸਾਲ ਬਚ ਜਾਂਦਾ। ਜੇ MPhil ਕੀਤੀ ਹੋਵੇ ਤਾਂ PhD ਦੇ ਵਿੱਚ ਜਿੰਨੇ ਸਾਲ ਲੱਗਦੇ ਉਹਦੇ ਚੋਂ 1 ਸਾਲ ਜਿਹੜਾ ਹੈਗਾ ਉਹ ਘੱਟ ਹੋ ਜਾਂਦਾ। ਤਾਂ ਪਿਆਰੇ ਵਿਦਿਆਰਥੀਓ, ਅਸੀਂ ਮਾਸਟਰ ਆਫ ਫਿਲਾਸਫੀ ਇਨ ਫਿਜ਼ੀਕਲ ਐਜੂਕੇਸ਼ਨ ਬਾਰੇ ਅੱਜ ਜਾਣਕਾਰੀ ਹਾਸਲ ਕੀਤੀ ਹੈ।